पंजाब कांग्रेस ਦੇ ਵਿੱਚ ਇੱਕ ਵੱਡੀ ਹਲਚਲ ਦੀਆਂ ਚਰਚਾਵਾਂ ਨੇ। ਚਰਚਾ ਇਹ ਕਿ ਹੁਣ ਰਾਜਾ ਵੜਿੰਗ ਦੀ ਕੁਰਸੀ ਵੀ ਜਾ ਸਕਦੀ ਹੈ। ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਬਦਲ ਦੀਆਂ ਚਰਚਾ ਨੇ। ਆਖਰ ਇਹ ਚਰਚਾਵਾਂ ਨੇ ਜਨਮ ਕਿਉਂ ਲਿਆ ਕਿ ਸੱਚਮੁੱਚ ਰਾਜਾ ਵੜਿੰਗ ਨੂੰ ਇੱਕ ਝਟਕਾ ਲੱਗਣ ਵਾਲਾ ਹੈ, ਉਹਨਾਂ ਦੀ ਪ੍ਰਧਾਨਗੀ ਖੁੱਸਣ ਵਾਲੀ ਹੈ, ਚਰਚਾਵਾਂ ਛਿੜੀਆਂ ਕਿਉਂ ਨੇ, ਗੱਲਬਾਤ ਦੇ ਉੱਪਰ ਕਰਾਂਗੇ। ਤੇ ਉਧਰ ਗੱਲਬਾਤ ਨਵੀਂ ਬਣੀ ਕਮੇਟੀ ਪੀਐਸਸੀ ਦੇ ਉੱਪਰ ਵੀ ਕਰਾਂਗੇ ਕਿ ਆਖਰ ਕਾਂਗਰਸ ਦੇ ਵੱਲੋਂ ਇਹ ਕਮੇਟੀ ਬਣਾਈ ਕਿਉਂ ਗਈ ਹੈ, ਇਹ ਕਮੇਟੀ ਬਣਾਉਣ ਦਾ ਅਸਲ ਮਕਸਦ ਕੀ ਹੈ ਤੇ ਕੀ ਇਹ ਕਮੇਟੀ ਦਾ ਜੋ ਮੇਨ ਏਜੰਡਾ ਹੋਏਗਾ ਉਸ ਦੇ ਨਾਲ ਕਾਂਗਰਸ ਨੂੰ ਫਾਇਦਾ ਹੋਣ ਵਾਲਾ ਹੈ। ਗੱਲਬਾਤ ਇਸ ਪੀਐਸਸੀ ਕਮੇਟੀ ਦੇ ਉੱਪਰ ਵੀ ਕਰਾਂਗੇ। ਤੇ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਜਿਹੜੇ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਚਲੇ ਗਏ ਸੀ, ਹੁਣ ਭਾਜਪਾ ਵੱਲੋਂ ਉਹਨਾਂ ਨੂੰ ਵੱਡੇ ਅਹੁਦੇ ਦੇ ਨਾਲ ਨਵਾਜਣ ਦੀ ਚਰਚਾ ਹੈਗੀ। ਕਿਹੜਾ ਅਹੁਦਾ, ਕਿਹੜਾ ਵੱਡਾ ਅਹੁਦਾ ਉਹਨਾਂ ਨੂੰ ਮਿਲਣ ਜਾ ਰਿਹਾ ਹੈ ਤੇ ਕਿੱਥੇ ਮਿਲਣ ਜਾ ਰਿਹਾ ਹੈ, ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਨਾਰਾਜ਼ਗੀ ਦੀ। ਨਾਰਾਜ਼ਗੀ ਮਾਨ ਸਰਕਾਰ ਦੇ ਨਾਲ, ਨਾਰਾਜ਼ਗੀ ਭਗਵੰਤ ਮਾਨ ਦੀ ਸਰਕਾਰ ਦੇ ਨਾਲ, ਐਸਸੀ ਭਾਈਚਾਰੇ ਦੀ। ਆਖਿਰ ਕਿੰਨਾ ਮਾਮਲਿਆਂ ਨੂੰ ਲੈ ਕੇ ਐਸਸੀ ਭਾਈਚਾਰਾ ਭਗਵੰਤ ਮਾਨ ਦੀ ਸਰਕਾਰ ਦੇ ਨਾਲ ਨਾਰਾਜ਼ ਹੈ ਤੇ ਕੀ ਭਗਵੰਤ ਸਿੰਘ ਮਾਨ ਇਸ ਨਾਰਾਜ਼ਗੀ ਨੂੰ ਦੂਰ ਕਰਨ ਦੇ ਲਈ ਕੋਈ ਵੱਡਾ ਉਪਰਾਲਾ ਕਰਨਗੇ, ਗੱਲਬਾਤ ਇਸ ਦੇ ਉੱਪਰ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਲੁਕਮਾ ਸੱਚ। ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਐਸਪੀ ਸਿੰਘ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਸ਼ੁਕਰੀਆ ਜੀ। ਡਾਕਟਰ ਸਾਹਿਬ, ਪੰਜਾਬ ਦੀ ਸਿਆਸਤ ਦੀ ਗੱਲ ਕਰੀਏ, ਪੰਜਾਬ ਦੀਆਂ ਰਾਜਨੀਤਿਕ ਫਿਜ਼ਾਵਾਂ ਦੀ ਗੱਲ ਕਰੀਏ, ਪਿਛਲੇ ਦਿਨੀ ਚੁੱਪ ਚਪੀਤੇ ਭਾਜਪਾ ਦੇ ਵੱਲੋਂ ਪ੍ਰਧਾਨ ਬਦਲ ਦਿੱਤਾ ਗਿਆ। ਅਸ਼ਵਨੀ ਸ਼ਰਮਾ ਜੀ ਤੋਂ ਕੁਰਸੀ ਵਾਪਸ ਲੈ ਕੇ ਕਾਂਗਰਸ ਤੋਂ ਭਾਜਪਾ ਦੇ ਵਿੱਚ ਤਕਰੀਬਨ 1 ਸਾਲ ਪਹਿਲਾਂ ਗਏ ਸੁਨੀਲ ਜਾਖੜ ਜੀ ਨੂੰ ਪ੍ਰਧਾਨਗੀ ਦੇ ਦਿੱਤੀ ਹੈ। ਤੇ ਇਸ ਤੋਂ ਬਾਅਦ ਹੁਣ ਚਰਚਾਵਾਂ ਸ਼ੁਰੂ ਹੋਈਆਂ ਨੇ ਕਾਂਗਰਸ ਦੇ ਵਿੱਚ ਕਿ ਸ਼ਾਇਦ ਕਾਂਗਰਸ ਦੇ ਵਿੱਚ ਵੀ ਹੁਣ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਰਾਜਾ ਵੜਿੰਗ ਤੋਂ ਕੁਰਸੀ ਵਾਪਸ ਲਈ ਜਾ ਸਕਦੀ ਹੈ ਤੇ ਉਹਨਾਂ ਦੀ ਜਗ੍ਹਾ ਤੇ ਨਵਾਂ ਪ੍ਰਧਾਨ ਲਗਾਇਆ ਜਾ ਸਕਦਾ ਹੈ। ਜੇਕਰ ਇਹ ਚਰਚਾਵਾਂ ਸਹੀ ਨੇ ਤਾਂ ਰਾਜਾ ਵੜਿੰਗ ਦੀ ਜਗ੍ਹਾ ਦੇ ਉੱਪਰ ਕਿਸ ਬੰਦੇ ਨੂੰ ਪ੍ਰਧਾਨ ਲਗਾਇਆ ਜਾ ਸਕਦਾ ਹੈ ਤੇ ਰਾਜਾ ਵੜਿੰਗ ਤੋਂ ਕੁਰਸੀ ਲੈਣ ਦੀਆਂ ਚਰਚਾਵਾਂ ਆਖਰ ਸ਼ੁਰੂ ਕਿਉਂ ਹੋਈਆਂ ਨੇ, ਕੀ ਕਾਰਨ ਹੋ ਸਕਦੇ ਨੇ? ਦੇਖੋ, ਇਹ ਗੱਲ ਸਪਸ਼ਟ ਤੌਰ ਦੇ ਉੱਤੇ ਹੈ ਕਿ ਜਿਹੜੀ ਸਿਆਸੀ ਹਲਚਲ ਪੰਜਾਬ ਵਿੱਚ ਸ਼ੁਰੂ ਹੋਈ ਹੈ, ਭਾਵੇਂ ਸੁਨੀਲ ਜਾਖੜ ਉਹਨਾਂ ਦੇ ਆਉਣ ਨਾਲ, ਭਾਵੇਂ ਜਿਹੜੀ ਹੈ ਉਹ ਪੀਸੀਏ ਬਣਾਉਣ ਨਾਲ, ਜਾਂ ਈਵਨ ਜਿਹੜਾ ਹੈ ਉਹ ਜਿਹੜੀ ਹਿਲਜੁਲ ਜਿਹੜੀ ਹੈ ਬੀਜੇਪੀ ਅਕਾਲੀ ਜਿਹੜੀ ਹੈ ਉਹ ਗੱਠਜੋੜ ਦੁਬਾਰਾ ਬਣਨ ਦੀ, ਇਹ ਸਾਰੇ ਨੇ ਪੰਜਾਬ ਦੀ ਜਿਹੜੀ ਹੈ ਸਿਆਸਤ ਜਿਹੜੀ ਹੈ ਉਹ ਹਿਲਾਤੀ ਹੈ। ਔਰ ਉਹ ਸਿਆਸਤ ਜਿਹੜੀ ਹੈ ਉਹ ਸਾਰੀਆਂ ਪਾਰਟੀਆਂ ਲਈ, ਭਾਵੇਂ ਉਹ ਆਪੋਜੀਸ਼ਨ ਦੀਆਂ ਨੇ ਤੇ ਭਾਵੇਂ ਜਿਹੜੀਆਂ ਨੇ ਰਾਜ ਕਰ ਰਹੀਆਂ ਨੇ, ਉਹਨਾਂ ਸਾਰਿਆਂ ਲਈ ਜਿਹੜਾ ਹੈ ਇੱਕ ਵਾਰੀ ਸੋਚਣ ਦਾ, ਗੰਭੀਰਤਾ ਦਾ ਜਿਹੜਾ ਮਸਲਾ ਬਣ ਗਿਆ। ਇਸ ਕੰਮ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਪਹਿਲ ਜਿਹੜੀ ਕੀਤੀ ਹੈ ਉਹ ਪਹਿਲ ਕੀਤੀ ਹੈ ਬੀਜੇਪੀ ਨੇ, ਜਿਸ ਵੇਲੇ ਸੁਨੀਲ ਜਾਖੜ ਜਿਹੜਾ ਲੰਬੇ ਸਮੇਂ ਤੋਂ ਆਪ ਕਾਂਗਰਸ ਵਿੱਚ ਨਹੀਂ ਬਲਕਿ ਜਿਹਦਾ ਪਰਿਵਾਰ ਹੀ ਕਾਂਗਰਸੀ ਸੀ, ਜਿਹਦਾ ਪਿਤਾ ਵੀ ਜਿਹੜਾ ਉਹ ਲੋਕ ਸਭਾ ਦਾ ਸਪੀਕਰ ਤੱਕ ਵੀ ਜਿਹੜਾ ਬਣਿਆ, ਉਸ ਪਰਿਵਾਰ ਨੂੰ ਬੀਜੇਪੀ ਦੇ ਨਾਲ ਜੋੜਨਾ ਹੀ ਨਹੀਂ ਬਲਕਿ ਬੀਜੇਪੀ ਦੇ ਸਟੇਟ ਦਾ ਜਿਹੜਾ ਪ੍ਰਧਾਨ ਬਣਾਉਣਾ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਜਿਹੜੀ ਹੈ ਘਟਨਾ। ਔਰ ਉਹ ਸੁਨੀਲ ਜਾਖੜ ਕੀ ਨਾਲ ਜਿਹੜਾ ਉਹ ਬੀਜੇਪੀ ਵਰਕਰਾਂ ਨੂੰ ਲੈ ਸਕੇਗਾ ਤੇ ਜਾਂ ਕਾਂਗਰਸ ਦੇ ਕੁਝ ਵਰਕਰ ਜਿਹੜੇ ਨੇ ਆਪਣੇ ਨਾਲ ਬੀਜੇਪੀ 'ਚ ਲਿਆ ਸਕੇਗਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਦੇਖਣ ਵਾਲੀਆਂ ਨੇ। ਲੇਕਿਨ ਬੀਜੇਪੀ ਹਾਈ ਕਮਾਂਡ ਨੇ ਹਿੰਦੂ ਚਿਹਰਾ, ਜਿਹੜਾ ਕਿ ਪਹਿਲਾਂ ਹਿੰਦੂ ਚਿਹਰੇ ਦੇ ਨਾਂ ਥੱਲੇ ਆਪਣੇ ਆਪ ਨੂੰ ਜੋੜ ਚੁੱਕਿਆ, ਜਿਸ ਵੇਲੇ ਉਹਨੂੰ ਮੁੱਖ ਮੰਤਰੀ ਨਹੀਂ ਸੀ ਬਣਾਇਆ ਤੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ, ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਹਿੰਦੂ ਚਿਹਰਾ ਬਣਾ ਲਿਆ। ਬੀਜੇਪੀ ਨੇ ਉਸ ਹਿੰਦੂ ਚਿਹਰੇ ਨੂੰ ਜਿਹੜਾ ਉਹ ਵਰਤਿਆ ਔਰ ਉਹ ਵਰਤਨ ਦੇ ਵਿੱਚ ਆਧਾਰ ਦੇ ਵਿੱਚ ਪਰ ਇੱਕ ਗੱਲ ਮੰਨਣ ਵਾਲੀ ਹੈ ਕਿ ਸੁਨੀਲ ਜਾਖੜ ਵੀ ਉਸ ਤਰ੍ਹਾਂ ਦੇ ਹਿੰਦੂਤਵ ਏਜੰਡੇ ਦੇ ਨਾਲ ਔਰ ਜਾਂ ਜਿਹੜਾ ਹੈ ਉਹ ਫਿਰਕੂ ਰੰਗਤ ਦੇ ਨਾਲ ਸ਼ਾਇਦ ਬਹੁਤਾ ਚਿਰ ਨਾ ਚੱਲ ਸਕਣ ਜਾਂ ਇਸ ਮਾਮਲੇ 'ਚ ਚੁੱਪ ਰੱਖਣ, ਕਿਉਂਕਿ ਉਹਨਾਂ ਦੀ ਸ਼ਖਸੀਅਤ ਦੇ ਨਾਲ ਉਹ ਮੇਲ ਨਹੀਂ ਕਰਦੇ। ਜਿੱਥੋਂ ਤੱਕ ਕਾਂਗਰਸ ਦੀ ਤਿਆਰੀ ਦੀ ਗੱਲ ਹੈ, ਕਾਂਗਰਸ ਜਿਹੜੀ ਹੈ ਉਹ ਪੱਕੇ ਤੌਰ ਦੇ ਉੱਤੇ ਸਮਝ ਕੇ ਚੱਲਦੀ ਹੈ ਕਿ ਅਸੀਂ ਚੋਣਾਂ ਜਿੱਤ ਸਕਦੇ ਹਾਂ 2024 ਦੀਆਂ ਵੀ, ਉਸ ਤੋਂ ਬਾਅਦ ਵੀ ਵਿਧਾਨ ਸਭਾ ਦੀਆਂ ਵੀ, ਜੇਕਰ ਅਸੀਂ ਆਪੋ 'ਚ ਲੜਾਈ ਜਿਹੜੀ ਹੈ ਉਹ ਨਾ ਕਰੀਏ। ਪਿਛਲੀ ਹਾਰ ਦੀ ਜ਼ਿੰਮੇਵਾਰੀ ਜਿਹੜੀ ਹੈ ਕਈ ਕਾਰਨ ਹੋ ਸਕਦੇ ਨੇ, ਲੇਕਿਨ ਪ੍ਰਮੁੱਖ ਕਾਰਨ ਇਹ ਸੀ ਕਿ ਚੋਣਾਂ ਦੇ ਦੌਰਾਨ ਵੀ ਜਿਹੜਾ ਹੈ ਉਹ ਕਾਂਗਰਸੀ ਵਰਕਰ, ਕਾਂਗਰਸੀ ਲੀਡਰ, ਕਾਂਗਰਸੀ
ਅਹੁਦੇਦਾਰ ਆਪੋ 'ਚ ਜਿਹੜੇ ਨੇ ਲੜਦੇ ਰਹੇ ਨੇ, ਔਰ ਲੜਦੇ ਪ੍ਰਾਈਵੇਟਲੀ ਵੀ ਨਹੀਂ ਰਹੇ ਬਲਕਿ ਪਬਲਿਕ ਡੋਮੇਨ ਦੇ ਉੱਤੇ ਵੀ ਜਿਹੜੇ ਸਨ ਉਹ ਲੜਦੇ ਰਹੇ ਸਨ। ਅੱਜ ਦੀ ਜਿਹੜੀ ਪੀਸੀਏ ਜਿਹੜੀ ਬਣਾਈ ਹੈ ਉਸੇ ਹੀ ਚੋਣਾਂ ਦੇ ਜਿਹੜੇ ਸੀ ਇੱਕ ਤਿਆਰੀ ਲਈ ਜਿਹੜਾ ਮੰਨਿਆ ਜਾ ਸਕਦਾ ਹੈ, ਜਿਹਦੇ ਵਿੱਚ ਇੱਕ ਸੰਤੁਲਿਤ ਕਮੇਟੀ ਬਣਾਈ ਹੈ ਜਿਹਦੇ ਵਿੱਚ ਸਾਰੀਆਂ ਧਿਰਾਂ ਨੂੰ ਔਰ ਸਾਰੇ ਜਿਹੜੇ ਨੇ ਲੋਕਾਂ ਦੇ ਪ੍ਰਤੀਨਿਧ ਜਿਹੜੇ ਨੇ ਉਹਨਾਂ ਨੂੰ ਸ਼ਾਮਲ ਕਰਕੇ ਇੱਕ ਅਜਿਹੀ ਗੁਲਦਸਤਾ ਜਿਹੜਾ ਬਣਾਇਆ ਹੈ ਜਿਹੜੇ ਸਾਰੇ ਧਿਰਾਂ ਦੇ, ਸਾਰੀ ਸੋਚ ਵਾਲੇ, ਸਾਰੇ ਸੁਭਾਅ ਦੇ ਜਿਹੜੇ ਨੇ ਉਹਦੇ ਵਿੱਚ ਸ਼ਾਮਲ ਕੀਤੇ ਨੇ। ਜਿੱਥੋਂ ਤੱਕ ਇਹ ਕਮੇਟੀ ਜਿਹੜੀ ਹੈ ਇਹ ਬਣੀ ਹੈ, ਜੇ ਕਮੇਟੀ ਇਕਜੁੱਟਤਾ ਨਾਲ ਕੰਮ ਕਰੇ ਤੇ ਹਰ ਹਾਲਤ ਵਿੱਚ ਇਸ ਦੇ ਸਾਰਥਕ ਨਤੀਜੇ ਨਿਕਲਣ ਦੀ ਸੰਭਾਵਨਾ ਹੈ। ਪਰ ਇਸ ਦੇ ਨਾਲ ਜਿਹੜਾ ਸਭ ਤੋਂ ਪਹਿਲੀ ਜਿਹੜੀ ਗੱਲ ਡਿੱਗਣ ਦੀ ਜਿਹੜੀ ਸੰਭਾਵਨਾ ਬਣਦੀ ਹੈ ਉਹ ਬਣਦੀ ਹੈ ਕਿ ਕਾਂਗਰਸ ਪ੍ਰਧਾਨ ਜਿਹੜਾ ਰਾਜਾ ਵੜਿੰਗ ਜਿਹੜਾ ਹੈ ਉਹ ਰਹੇਗਾ ਕਿ ਨਹੀਂ ਰਹੇਗਾ। ਉਹ ਇਸ ਕਰਕੇ ਕਿ ਇੱਕ ਤੇ ਕਮੇਟੀ ਬਣਾਉਣ ਦੀ ਲੋੜ ਕਿਉਂ ਪਈ ਹੈ, ਜੇਕਰ ਬਣਿਆ ਬਣਾਇਆ ਢਾਂਚਾ ਜਿਹੜਾ ਹੈ ਉਸ ਦੇ ਵਿੱਚ ਇੱਕ ਕਮੇਟੀ ਬਣਾ ਕੇ ਜਿਹੜਾ ਵਾਧਾ ਕਰਨ ਦਾ ਮਤਲਬ ਇਹ ਹੈ ਕਿ ਉਸ ਰਾਜਾ ਵੜਿੰਗ ਦੀ ਪ੍ਰਧਾਨਗੀ ਪ੍ਰਤੀ ਜਿਹੜਾ ਅਵਿਸ਼ਵਾਸ ਦਾ ਜਿਹੜਾ ਆਧਾਰ ਜਿਹੜਾ ਉਹ ਪੈਦਾ ਹੋਇਆ। ਦੂਜਾ ਇਹ ਵੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੱਕ ਭਗਵੰਤ ਮਾਨ ਨੇ ਥੋੜ੍ਹਾ ਜਿਹਾ ਦਾਗੀ ਨਾਂ ਥੱਲੇ ਜਿਹੜਾ ਉਹ ਲੋਕਾਂ ਦੇ ਉੱਤੇ ਹਮਲੇ ਸ਼ੁਰੂ ਕੀਤੇ, ਉਸ ਤੋਂ ਬਾਅਦ ਰਾਜਾ ਵੜਿੰਗ ਜਿਹੜਾ ਉਹ ਚੁੱਪ ਹੋ ਗਏ, ਉਸ 'ਤੇ ਜਿਹੜੇ ਨੇ ਉਹ ਬੋਲੇ ਨਹੀਂ। ਤੀਜੀ ਗੱਲ ਜਿਹੜੀ ਹੈ ਇਹਦੇ ਵਿੱਚ ਮਹੱਤਵਪੂਰਨ ਇਹ ਹੈ ਕਿ ਸੁਨੀਲ ਜਾਖੜ ਵਰਗਾ ਚਿਹਰਾ ਜਿਹੜਾ ਸੰਜੀਦਗੀ, ਕੁਝ ਹੱਦ ਤੱਕ ਇਮਾਨਦਾਰੀ, ਕੁਝ ਹੱਦ ਤੱਕ ਜ਼ਰਾ ਸੋਬਰ ਔਰ ਕੰਮ ਕਰਨ ਦੀ ਜਾਂਚ ਰੱਖਣ ਵਾਲਾ ਜਿਹੜਾ ਇੱਕ ਤਹੱਮਲ ਨਾਲ ਚੱਲਣ ਵਾਲਾ ਵਿਅਕਤੀ ਜਿਹੜਾ ਹੈ ਉਸ ਦਾ ਮੁਕਾਬਲਾ ਰਾਜਾ ਵੜਿੰਗ ਨਾਲ ਹੋ ਸਕਦਾ ਹੈ। ਮੇਰੇ ਹਿਸਾਬ ਦੇ ਨਾਲ ਇਹ ਸ਼ਾਇਦ ਪਾਸਕੂ ਗੱਲ ਵੀ ਜਿਹੜੀ ਹੈ ਉਹ ਨਹੀਂ ਚੱਲਦੀ। ਦੋਨੋਂ ਸ਼ਖਸੀਅਤਾਂ ਬਿਲਕੁਲ ਹੀ ਇੱਕ ਦੂਜੇ ਦੇ ਉਲਟ ਨੇ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸੁਨੀਲ ਜਾਖੜ ਦੀ ਜਿਹੜੀ ਸ਼ਖਸੀਅਤ ਹੈ ਉਹ ਰਾਜਾ ਵੜਿੰਗ ਨਾਲੋਂ ਕਿਤੇ ਵੱਧ ਪ੍ਰਭਾਵਸ਼ਾਲੀ ਹੈ। ਸੋ ਇਸ ਕਰਕੇ ਇਹ ਸਥਿਤੀ ਜਿਹੜੀ ਹੈ ਬਦਲੀ ਹੈ ਔਰ ਇਸ ਸਥਿਤੀ ਬਦਲਣ ਦੇ ਵਿੱਚ ਰਾਜਾ ਵੜਿੰਗ ਦੀ ਥਾਂ 'ਤੇ ਵੀ ਸੁਨੀਲ ਜਾਖੜ ਦੇ ਮੁਕਾਬਲੇ ਦੀ ਜਿਹੜੀ ਹੈ ਇੱਕ ਸ਼ਖਸੀਅਤ ਜਿਹੜੀ ਹੈ ਉਭਾਰੀ ਜਾਏਗੀ, ਜਿਹੜੀ ਸ਼ਖਸੀਅਤ ਸਾਰਿਆਂ ਵਿੱਚ ਸਰਬ ਸਾਂਝੀ ਪ੍ਰਵਾਨਿਤ ਵੀ ਹੋਵੇ, ਜਿਹੜੀ ਸ਼ਖਸੀਅਤ ਜਿਹੜੀ ਹੈ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕੇ, ਜਿਹੜੀ ਸ਼ਖਸੀਅਤ ਆਪਣੇ ਆਪ ਵਿੱਚ ਜਿੱਥੇ ਮੁਕਾਬਲਾ ਕਰਨ ਦੇ ਸਮਰੱਥ ਹੋਵੇ ਬੋਲਾਂ ਨਾਲ, ਉੱਥੇ ਨਾਲ ਦੇ ਨਾਲ ਹੀ ਆਪਣਾ ਇੱਕ ਸਾਫ ਸੁਥਰਾ ਚਿਹਰਾ ਲੈ ਕੇ ਵੀ ਜਿਹੜਾ ਉਹ ਜਾ ਸਕਦਾ। ਸੋ ਡਾਕਟਰ ਸਾਹਿਬ, ਪਰ ਸਰ ਚੈਲੰਜ ਹੁਣ ਇਹ ਵੀ ਤਾਂ ਹੈਗਾ ਨਾਲ ਨਾ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਪ੍ਰਭਾਵਸ਼ਾਲੀ ਚਿਹਰਾ ਹੈਗਾ, ਭਾਜਪਾ ਨੇ ਦਾ ਬੜਾ ਵੱਡਾ ਖੇਡਿਆ ਹੈਗਾ ਤੇ ਚੁਣਿਆ ਵੀ ਉਹ ਚਿਹਰਾ ਜਿਹੜਾ ਬੇਦਾਗ ਰਿਹਾ ਹੁਣ ਤੱਕ, ਵੱਡੇ ਅਹੁਦਿਆਂ ਤੇ ਰਿਹਾ ਕਾਂਗਰਸ ਦੇ ਵਿੱਚ, ਤੇ ਹੁਣ ਕਾਂਗਰਸ ਨੂੰ ਢਾਹ ਲਾ ਸਕਦਾ ਜਿਸ ਦਾ ਕਾਟ ਕੱਟਣ ਦੇ ਲਈ ਕਮੇਟੀ ਜਿਵੇਂ ਤੁਸੀਂ ਕਹਿ ਰਹੇ ਹੋ ਬਣਾਈ ਗਈ ਹੈ। ਪ੍ਰਧਾਨਗੀ ਦੀ ਗੱਲ ਚੱਲੀ ਵੀ ਪ੍ਰਧਾਨਗੀ ਵੀ ਜਾ ਸਕਦੀ ਹੈ, ਕਿਉਂਕਿ ਲੈਵਲ ਦੀ ਗੱਲ ਹੈ, ਜਿਸ ਤੱਕ ਲੈਵਲ ਜਿੱਥੇ ਸਿਧਾਂਤਕ ਤੌਰ ਤੇ ਉਹ ਮਜ਼ਬੂਤ ਨੇ, ਪ੍ਰਭਾਵਸ਼ਾਲੀ ਚਿਹਰਾ ਹੈ। ਤੇ ਲੇਕਿਨ ਹੁਣ ਗੱਲ ਸਵਾਲ ਇਹ ਵੀ ਪੈਦਾ ਹੋਏਗਾ ਕਾਂਗਰਸ ਦੇ ਵਿੱਚ ਕਿ ਆਖਰ ਉਹ ਕਿਹੜਾ ਚਿਹਰਾ ਹੋ ਸਕਦਾ ਹੈ ਜਿਹੜਾ ਰਾਜਾ ਵੜਿੰਗ ਦੀ ਥਾਂ ਲੈ ਸਕਦਾ ਹੈ, ਕਿਹੜਾ ਉਹ ਚਿਹਰਾ ਹੋ ਸਕਦਾ ਹੈ ਜਿਹੜਾ ਹਰ ਪੱਖਾਂ ਤੋਂ, ਜਿਹੜੇ ਤੁਸੀਂ ਪੱਖਾਂ ਦੀ ਗੱਲ ਕੀਤੀ ਹੈ ਉਹਨਾਂ ਸਾਰੇ ਪੱਖਾਂ ਤੋਂ ਭਾਜਪਾ ਦੀ ਇਸ ਚਾਲ ਦਾ ਜਵਾਬ ਦੇ ਸਕਦਾ ਹੈ ਤੇ ਮਜ਼ਬੂਤੀ ਦੇ ਨਾਲ ਆਪਣੀ ਟੀਮ ਨੂੰ ਲੀਡ ਕਰ ਸਕਦਾ ਹੈ। ਉਹ ਕਿਹੜਾ ਹੋ ਸਕਦਾ ਹੈ ਜਿਹੜਾ ਸੁਨੀਲ ਜਾਖੜ ਨੂੰ ਟੱਕਰ ਦੇ ਸਕਦਾ? ਦੇਖੋ, ਤੁਹਾਡਾ ਇਹ ਆਪਣੇ ਆਪ ਜਿਹੜਾ ਪ੍ਰਸ਼ਨ ਬੜਾ ਮਹੱਤਵਪੂਰਨ ਹੈ, ਕਿਉਂਕਿ ਕਾਂਗਰਸ ਦੇ ਵਿੱਚ ਇੱਕ ਦੂਜੇ ਨਾਲ ਲੜਨ ਦੀ ਤੇ ਦੂਜੀ ਜਿਹੜੀ ਹੈ ਔਰ ਪਲੱਸ ਭ੍ਰਿਸ਼ਟਾਚਾਰ ਦੇ ਜਿਹੜੇ ਨੇ ਬੜੇ ਵੱਡੇ ਐਲੀਗੇਸ਼ਨ ਜਿਹੜੇ ਨੇ ਉਹ ਚੱਲਦੇ ਨੇ। ਲੇਕਿਨ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਚਿਹਰਾ ਜਿਹੜਾ ਹੈ ਉਹ ਜ਼ਰੂਰ ਜਿਹੜਾ ਸਾਡੇ ਸਾਹਮਣੇ ਉੱਭਰ ਕੇ ਆਉਂਦਾ ਹੈ, ਜਿਹੜਾ ਕਿ ਕਿਸੇ ਵੇਲੇ ਮੁੱਖ ਮੰਤਰੀ ਬੰਦਾ ਉਪ ਮੁੱਖ ਮੰਤਰੀ ਬਣਿਆ ਸੀ। ਮੇਰੀ ਮੁਰਾਦ ਜਿਹੜੀ ਹੈ ਸੁਖਜਿੰਦਰ ਸਿੰਘ ਰੰਧਾਵਾ ਤੋਂ ਜੀ। ਸੁਖਜਿੰਦਰ ਸਿੰਘ ਰੰਧਾਵਾ ਕਾਸਟ ਫੈਕਟਰ ਦੇ ਤੌਰ ਤੇ ਦੇਖਿਆ ਜਾਏ ਤੇ ਉਸ ਪਰਿਵਾਰ ਚੋਂ ਹੈ, ਜਿਹੜਾ ਪਰਿਵਾਰ ਜਿਹੜਾ ਹੈ ਉਹ ਪੰਜਾਬ ਦੀ ਇੱਕ ਡੋਮੀਨੈਂਟ ਜੱਟ ਸ਼੍ਰੇਣੀ ਦਾ ਜਿਹੜਾ ਉਹ ਵਿਅਕਤੀ ਹੈ। ਦੂਜਾ ਪਰਿਵਾਰ ਜਿਹੜਾ ਹੈ ਉਹ ਪ੍ਰਤੀਬੱਧ ਤੌਰ ਦੇ ਉੱਤੇ ਕਾਂਗਰਸੀ ਜਿਹੜਾ ਹੈ ਉਹ ਸੋਚ ਵਾਲਾ ਜਿਹੜਾ ਪਰਿਵਾਰ ਹੈ। ਤੀਜਾ ਇੱਕ ਇਹ ਵੀ ਗੱਲ ਹੈ ਕਿ ਭ੍ਰਿਸ਼ਟਾਚਾਰ ਮੁਕਤ ਹੈ ਔਰ ਬੇਬਾਕ ਹੈ, ਲੜਨ ਦੀ ਸਮਰੱਥਾ ਵੀ ਰੱਖਦਾ ਹੈ ਔਰ ਮੂੰਹ ਦੇ ਉੱਤੇ ਸੱਚ ਬੋਲਣ ਦਾ ਜਿਹੜਾ ਉਸ ਕੋਲ ਆਧਾਰ ਵੀ ਹੈ। ਜਿੱਥੋਂ ਤੱਕ ਹੈ ਕਿ ਸਾਰਿਆਂ ਨੂੰ ਲੈ ਕੇ ਚੱਲਣ ਦੀ ਕਾਫੀ ਹੱਦ ਤੱਕ ਉਹਦੀ ਸੰਭਾਵਨਾ ਹੈ, ਪਰ ਨਿੱਜੀ ਤੌਰ ਤੇ ਜਿਹੜੇ ਦੋ ਤਿੰਨ ਲੋਕਾਂ ਨਾਲ ਉਹਦਾ ਵਖਰੇਵਾਂ ਹੈ, ਜੇ ਉਹ ਉਸ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ ਹੋਵੇ ਤੇ ਸ਼ਾਇਦ ਪੰਜਾਬ ਦੇ ਵਿੱਚ ਅਜਿਹਾ ਕਾਂਗਰਸ ਪ੍ਰਧਾਨ ਜਿਹੜਾ ਪਹਿਲਾਂ ਕਦੀ ਨਾ ਮਿਲਿਆ ਗਿਆ ਹੋਵੇ, ਜਾਂ ਅਸੀਂ ਇਹ ਵੀ ਕਹੀਏ ਕਿ ਆਪਣੇ ਪਿਤਾ ਸੰਤੋਖ ਸਿੰਘ ਰੰਧਾਵਾ ਤੋਂ ਵੀ ਵੱਧ ਪ੍ਰਭਾਵਸ਼ਾਲੀ ਚਿਹਰਾ ਜਿਹੜਾ ਬਣ ਕੇ ਸਾਡੇ ਸਾਹਮਣੇ ਆ ਸਕਦਾ ਹੈ, ਉਹ ਸੁਖਜਿੰਦਰ ਸਿੰਘ ਰੰਧਾਵਾ ਮੰਨਿਆ ਜਾ ਸਕਦਾ ਹੈ। ਔਰ ਸੁਖਜਿੰਦਰ ਸਿੰਘ ਰੰਧਾਵਾ ਦਾ ਹਾਈਕਮਾਂਡ ਦੇ ਵਿੱਚ ਵੀ ਜਿਹੜਾ ਪ੍ਰਭਾਵ ਹੈ
ਜਦੋਂ ਕਿ ਰਾਜਾ ਵੜਿੰਗ ਵੀ ਹਾਈ ਕਮਾਂਡ ਰਾਹੁਲ ਗਾਂਧੀ ਦੀ ਚੁਆਇਸ ਨਾਲ ਆਇਆ ਸੀ, ਤੇ ਸੁਖਜਿੰਦਰ ਸਿੰਘ ਬਾਰੇ ਕੁਛ ਵੀ ਜਿਹੜਾ ਉਹ ਨਕਾਰਾਤਮਕ ਗੱਲ ਕਰਨ ਦਾ ਆਧਾਰ ਨਹੀਂ। ਇਸ ਕਰਕੇ ਮੰਨਿਆ ਜਾ ਸਕਦਾ ਹੈ ਕਿ ਇਹਨਾਂ ਸਾਰੇ ਚਿਹਰਿਆਂ ਵਿੱਚੋਂ ਇਮਾਨਦਾਰ, ਸਬਰ, ਸੰਤੋਖ ਔਰ ਲੜਾਕਾ, ਜੇ ਅਸੀਂ ਕਹੀਏ ਕਿ ਲੜਾਕੇ ਸੁਭਾਅ ਦਾ ਵੀ ਹੈ, ਜਿਹਦੀ ਕਿ ਅੱਜ ਕੱਲ੍ਹ ਦੀ ਜਿਹੜੀ ਚੱਲ ਰਹੀ ਹੈ ਸਾਡੀ ਪੋਲੀਟਿਕਸ, ਉਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਜਿਹੜੇ ਹਮਲੇ ਜਿਹੜੇ ਨੇ, ਬੁੱਲਾਂ ਦੇ ਹਮਲੇ ਜਿਹੜੇ ਕਰਨ ਦਾ ਇੱਕ ਆਧਾਰ ਬਣਿਆ ਹੈ, ਮੀਨੋ ਮੀਨੀ ਹੋਣ ਦਾ ਆਧਾਰ ਬਣਿਆ ਹੈ, ਜਿਹੜਾ ਆਧਾਰ ਭਗਵੰਤ ਮਾਨ ਉਹਨਾਂ ਨੇ ਵੀ ਕੀਤਾ ਹੈ, ਜਿਹੜਾ ਆਧਾਰ ਜਿਹੜਾ ਉਹ ਸ਼ਾਇਦ ਸੁਨੀਲ ਜਾਖੜ ਪੂਰਾ ਨਾ ਕਰ ਸਕਣ ਪਰ ਫਿਰ ਵੀ ਕਰਨ। ਉਸ ਹਿਸਾਬ ਦੇ ਨਾਲ ਉਹ ਮੁਕਾਬਲਾ ਵੀ ਜਿਹੜਾ ਪ੍ਰਧਾਨ ਦੇ ਤੌਰ ਦੇ ਉੱਤੇ, ਪਾਰਟੀ ਦੇ ਲੀਡਰ ਦੇ ਤੌਰ 'ਤੇ ਉਹ ਸੁਖਜਿੰਦਰ ਰੰਧਾਵਾ ਕਰ ਸਕਦੇ ਨੇ। ਔਰ ਕਿਉਂਕਿ ਭ੍ਰਿਸ਼ਟਾਚਾਰ ਤੋਂ ਵੀ ਜਿਹੜਾ ਉਹਨਾਂ ਦਾ ਕੋਈ ਐਲੀਗੇਸ਼ਨ ਦੀ ਅੰਸਾਰੀ ਦੇ ਮਾਮਲੇ ਦੇ ਵਿੱਚ ਉਸ ਨੂੰ ਦਾਗੀ ਕਰਨ ਦਾ ਯਤਨ ਹੋਇਆ ਸੀ, ਲੇਕਿਨ ਉਹ ਆਪਣੇ ਆਪ ਵੀ ਸਾਰਾ ਝੂਠਾ ਸਾਬਤ ਹੋ ਗਿਆ। ਭਾਵੇਂ ਵਕਫ ਜ਼ਮੀਨ ਦੀ ਉਹ ਬੋਰਡ ਦੀ ਜ਼ਮੀਨ ਹੋਵੇ, ਤੇ ਭਾਵੇਂ ਜਿਹੜਾ ਸੀ ਉਹ ਅੰਸਾਰੀ ਨੂੰ ਜਿਹੜਾ ਉਹ ਫੀਸ ਦਿੰਦਾ, ਕਿ ਫੀਸ ਅਜੇ ਦਿੱਤੀ ਨਹੀਂ ਗਈ, ਰੌਲਾ ਪਹਿਲਾਂ ਪਾਇਆ। ਅੰਸਾਰੀ ਨੂੰ ਵਕਫ ਬੋਰਡ ਦੀ ਜ਼ਮੀਨ ਜਿਹੜੀ ਹੈ ਉਹ ਅਲਾਟ ਜਿਹੜੀ ਵਕਫ ਬੋਰਡ ਨੇ ਕੀਤੀ, ਲੇਕਿਨ ਉਹਨੂੰ ਰਿਨਿਊ ਕਰਕੇ ਉਹਨੂੰ ਐਕਸਟੈਂਡ ਕਰਨ ਦਾ ਜਿਹੜਾ ਆਧਾਰ ਸੀ ਉਹ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਉਹ ਕੀਤਾ ਸੀ। ਸੋ ਇਹ ਸਾਰੇ ਸਿਸਟਮ ਦੇ ਵਿੱਚੋਂ ਜੇਕਰ ਕੋਈ ਮਾਪਦੰਡ ਤੇ ਪੂਰਾ ਉਤਰਦਾ ਹੈ ਤਾਂ ਸੁਖਜਿੰਦਰ ਸਿੰਘ ਰੰਧਾਵਾ ਮੈਨੂੰ ਲੱਗਦਾ ਹੈ। ਪਰ ਸਰ ਕੀ ਤੁਹਾਨੂੰ ਜਿਸ ਤਰੀਕੇ ਨਾਲ ਸਰ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਪੰਜਾਬ ਦੀ ਆਪਾਂ ਕਾਂਗਰਸ ਦੀ ਗੱਲ ਕਰ ਰਹੇ ਹਾਂ, ਧੜੇਬੰਦੀ ਬਹੁਤ ਜ਼ਿਆਦਾ ਗਈ, ਵੱਖ-ਵੱਖ ਧੜੇ ਨੇ, ਜ਼ੋਨਾਂ ਦੇ ਵਿੱਚ ਆਪਾਂ ਵੀ ਕਹਿ ਸਕਦੇ ਧੜੇਬੰਦੀ ਬਹੁਤ ਜ਼ਿਆਦਾ ਹੋਈ ਪਈ ਹੈ, ਕੀ ਰੰਧਾਵਾ ਦੇ ਉੱਪਰ ਫਾਈਨਲ ਮੋਹਰ ਲੱਗ ਸਕਦੀ ਹੈ? ਕੀ ਸਰਬਪ੍ਰਵਾਨਿਤ ਚਿਹਰਾ ਹੋ ਸਕਦਾ ਹੈ? ਕਿਉਂਕਿ ਦੂਸਰੇ ਪਾਸੇ ਆਪਾਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ, ਉਹ ਵੀ ਲਗਾਤਾਰ ਆਪਣਾ ਦਾਵਾ ਠੋਕਦੇ ਨਜ਼ਰ ਆਉਂਦੇ ਰਹਿੰਦੇ ਨੇਗੇ। ਉਹਨਾਂ ਦਾ ਵੀ ਵੱਖਰਾ ਧੜਾ ਭਾਵੇਂ ਚੱਲਦਾ ਰਿਹਾ, ਕਾਂਗਰਸ ਦੇ ਪੈਰਲਲ ਚੱਲਦਾ ਰਿਹਾ, ਰਾਜਾ ਵੜਿੰਗ ਦੀ ਮੁਖਾਲਫਤ ਵੀ ਕਰਦੇ ਰਹੇ ਨੇ, ਚਰਨਜੀਤ ਸਿੰਘ ਚੰਨੀ ਨੂੰ ਵੀ ਰਡਾਰ ਤੇ ਲੈਂਦੇ ਰਹੇ ਨੇਗੇ। ਕਿ ਉਹਨਾਂ ਦੇ ਨਾਮ ਦੇ ਉੱਪਰ ਵੀ ਵਿਚਾਰ ਕੀਤੀ ਜਾ ਸਕਦੀ ਹੈ? ਕਿਉਂਕਿ ਜੇਕਰ ਆਪਾਂ ਦੋਹਾਂ ਕੈਂਡੀਡੇਟਾਂ ਦੇ ਵਿੱਚੋਂ ਇਮਾਨਦਾਰੀ ਦੀ ਗੱਲ ਕਰੀਏ ਤਾਂ ਸ਼ਾਇਦ ਨਵਜੋਤ ਸਿੰਘ ਸਿੱਧੂ ਭਾਰੀ ਪੈਂਦੇ ਨਜ਼ਰ ਆਉਣਗੇ। ਜੇ ਮੁੱਦਿਆਂ ਦੀ ਗੱਲ ਕਰੀਏ ਤਾਂ ਮੁੱਦੇ ਸ਼ਾਇਦ ਸੁਖਜਿੰਦਰ ਸਿੰਘ ਰੰਧਾਵਾ ਤੋਂ ਵੱਧ ਨਵਜੋਤ ਸਿੰਘ ਸਿੱਧੂ ਚੱਕਦੇ ਨਜ਼ਰ ਆਉਂਦੇ ਨੇ। ਹਾਂ, ਉਹ ਗੱਲ ਵੱਖਰੀ ਹੈ ਵੀ ਸੈਲਫ ਗੋਲ ਦਾ ਉਹਨਾਂ ਦੇ ਉੱਪਰ ਜ਼ਿਆਦਾ ਇਲਜ਼ਾਮ ਲੱਗਦਾ ਵੀ ਸੈਲਫ ਗੋਲ ਮਾਰ ਜਾਂਦੇ ਨੇ। ਕਿ ਰੰਧਾਵਾ ਨੂੰ ਇਸ ਮਾਮਲੇ ਦੇ ਵਿੱਚ ਟੱਕਰ ਦੇ ਸਕਦੇ ਨੇ? ਕਿ ਉਹ ਵੀ ਰੇਸ ਦੇ ਵਿੱਚ ਹੋ ਸਕਦੇ? ਜਿਹੜੀ ਗੱਲ ਅਸਲੀਅਤ ਹੈ ਕਿ ਇਸ ਵੇਲੇ ਕਾਂਗਰਸ ਜਿਸ ਡਾਇਰੈਕਸ਼ਨ 'ਚ ਜਾ ਰਹੀ ਲੱਗਦੀ ਹੈ, ਜਿਹੜੀ ਉਹਨਾਂ PCA ਬਣਾਈ ਹੈ, ਜਿਵੇਂ ਉਹਦੇ 'ਚ ਸਾਰਿਆਂ ਦੀ ਪ੍ਰਤੀਨਿਧਤਾ ਜਿਹੜੀ ਹੈ ਧੜਿਆਂ ਦੀ ਜੋੜੀ ਹੈ, ਉਹ ਤੋਂ ਲੱਗਦਾ ਹੈ ਕਿ ਉਹ ਵਿਵਾਦਗ੍ਰਸਤ ਕੋਈ ਨਾ ਕੋਈ ਜਿਹੜਾ ਲੀਡਰ ਅੱਗੇ ਲਿਆਉਣਾ ਚਾਹੁੰਦੇ ਨੇ। ਔਰ ਵਿਵਾਦਗ੍ਰਸਤ ਦੀ ਜਦੋਂ ਅਸੀਂ ਗੱਲ ਕਰਨੇ ਆ, ਫਿਰ ਉਸ ਵੇਲੇ ਵਿਵਾਦਗ੍ਰਸਤ ਲੀਡਰ ਜਿਹੜਾ ਹੈ ਉਹ ਸੁਖਪਾਲ ਖਹਿਰਾ ਵੀ ਹੋ ਸਕਦਾ ਹੈ, ਉਹ ਨਵਜੋਤ ਸਿੱਧੂ ਵੀ ਹੋ ਸਕਦਾ ਹੈ, ਔਰ ਉਹ ਵੱਖ-ਵੱਖ ਪੱਧਰ ਦੇ ਜਿਹੜੇ ਨੇ ਉਹ ਲੀਡਰ ਜਿਹੜੇ ਨੇ ਮੰਨੇ ਜਾ ਸਕਦੇ ਨੇ। ਕਿਉਂਕਿ ਇਹ ਸਾਰੇ ਜਿਹੜੇ ਲੀਡਰ ਜਿਹੜੇ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਇੱਕ ਦੂਜੇ ਦੇ ਵਿਰੋਧ ਵਿੱਚ ਵੀ ਖੜੇ ਹੁੰਦੇ ਨੇ। ਇਹਨਾਂ ਦੇ ਵਿੱਚੋਂ ਜੇਕਰ ਕੋਈ ਭਾਈਚਾਰਕ ਸਾਂਝ ਬਣਾ ਸਕਦਾ ਹੈ, ਇਸ ਵੇਲੇ ਨਹੀਂ ਬੰਦੀ ਬਣਾ ਸਕਣ ਦੀ ਸਮਰੱਥਾ ਰੱਖਦਾ ਹੈ, ਤੇ ਉਹ ਸੁਖਜਿੰਦਰ ਰੰਧਾਵਾ ਹੀ ਹੋ ਸਕਦਾ ਹੈ। ਦੂਜੇ ਪਾਸੇ ਜਿਹੜੀ ਗੱਲ ਤੁਸੀਂ ਇਹ ਕਹੀ ਹੈ ਨਵਜੋਤ ਸਿੱਧੂ, ਮੈਂ ਬੇਵਾਕ ਹੋ ਕੇ ਕਹਿਣਾ ਚਾਹੁੰਦਾ ਕਿ ਨਵਜੋਤ ਸਿੱਧੂ, ਸੁਖਪਾਲ ਖਹਿਰਾ ਵਰਗੇ ਲੀਡਰ ਬੜੇ ਵਧੀਆ ਜਿਹੜੇ ਮੁੱਦੇ ਉਠਾਉਂਦੇ ਨੇ, ਬੜੀ ਵਧੀਆ ਇਹਨਾਂ ਦੀ ਪੇਸ਼ਕਾਰੀ ਹੈ, ਤੱਥਾਂ ਦੇ ਨਾਲ ਜਿਹੜੀ ਆ ਗੱਲ ਕਰਦੇ ਨੇ, ਪਰ ਉਹ ਸਿੰਗਲ ਮੈਨ ਆਰਮੀ ਨੇ। ਉਹ ਆਪਣੇ ਨਾਲ ਆਪ ਹੀ ਨੇ, ਆਪ ਵੀ ਪੂਰੇ ਹੈ ਨੇ ਕਿ ਨਹੀਂ, ਕਿਸੇ ਹੋਰ ਨੂੰ ਨਾਲ ਲਿਜਾਣ ਦੀ ਸਮਰੱਥਾ ਉਹਨਾਂ ਦੀ ਜਿਹੜੀ ਹੈ ਉਹ ਨਹੀਂ ਬਣਦੀ। ਤੇ ਜੇ ਪਾਰਟੀ ਨੇ ਇਲੈਕਸ਼ਨ ਲਈ ਜਾਣਾ ਔਰ ਇਕਜੁੱਟਤਾ ਨਾਲ ਜਾਣਾ, ਸਾਰਿਆਂ ਦੀ ਸਾਂਝ ਨਾਲ ਜਾਣਾ, ਤੇ ਉਸ ਦੇ ਵਿੱਚ ਨਵਜੋਤ ਸਿੱਧੂ ਦੀ ਸਮਰੱਥਾ ਔਰ ਜਿਹੜੀ ਹੈ ਸੁਖਪਾਲ ਖਹਿਰਾ ਦੀ ਜਿਹੜੀ ਹੈ ਉਹ ਤਾਰਕਿਕ ਜਿਹੜਾ ਹੈ ਉਹ ਸਫਲਾਰ, ਉਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਪਰ ਪਾਰਟੀ ਨੂੰ ਚਲਾਉਣਾ, ਇਲੈਕਸ਼ਨ ਲਈ ਤਿਆਰ ਕਰਨਾ, ਉਹਦੇ ਲਈ ਜਿਹੜੀ ਸਾਰਿਆਂ ਦੀ ਜਿਹੜੀ ਹੈ ਸਰਬ ਸਾਂਝੀ ਸ਼ਖਸੀਅਤ ਬਣ ਕੇ ਬਾਕੀਆਂ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਸਮਰੱਥਾ ਹੈ ਇਹਨਾਂ ਦੋਨਾਂ ਲੀਡਰਾਂ ਦੇ ਵਿੱਚ ਜਿਹੜੀ ਉਹ ਨਹੀਂ ਹੈ। ਤੇ ਜਾਂ ਫਿਰ ਕੋਈ ਹੋਰ ਜਿਹੜਾ ਬੇਦਾਗ ਕਾਂਗਰਸ ਵਿੱਚ ਲੀਡਰ ਜੂਨੀਅਰ ਕੋਈ ਹੋਏ ਤੇ ਉਹ ਕਿਹਾ ਜਾ ਸਕਦਾ ਹੈ। ਨਹੀਂ ਤੇ ਜਿਹੜੀ ਹੈ ਹੋਰ ਚਿਹਰਾ ਮੈਨੂੰ ਤੇ ਇਸ ਵੇਲੇ ਨਜ਼ਰ ਨਹੀਂ ਆਉਂਦਾ, ਸ਼ਾਇਦ ਬਾਅਦ ਹੀ ਸੋਚ ਕੇ ਕੋਈ ਹੋਰ ਚਿਹਰੇ ਨਜ਼ਰ ਆ ਜਾਣ। ਜੀ ਹਾਂਜੀ ਬਿਲਕੁਲ ਸਰ। ਆਪਾਂ ਹੁਣ ਦੂਸਰੇ ਪਾਸੇ ਹੁਣ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਕਰੀਏ, ਕਿਉਂਕਿ ਵੱਡਾ ਚਿਹਰਾ ਕਾਂਗਰਸ ਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ, ਤੇ ਦੂਸਰੇ ਪਾਸੇ ਭਾਜਪਾ ਵੀ ਲੱਗਦਾ ਹੈ ਇਹਨਾਂ ਸਾਬਕ ਕਾਂਗਰਸੀਆਂ ਦੇ ਉੱਪਰ ਕੁਝ ਜ਼ਿਆਦਾ ਹੀ ਮਿਹਰਬਾਨ ਹੈ। 1 ਸਾਲ ਦੇ ਵਿੱਚ ਸੂਬੇ ਦੀ ਬਾਗਡੋਰ ਜਾਖੜ ਸਾਹਿਬ ਨੂੰ ਸੌਂਪ ਦਿੱਤੀ ਗਈ ਹੈ, ਤੇ ਹੁਣ ਚਰਚਾਵਾਂ ਦਾ ਦੌਰ ਇਹ ਵੀ ਗਰਮ ਹੈ ਕਿ ਵੱਡੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਲੀ ਹੈ। ਤੇ ਹੁਣ ਰੁੱਖ
ਉਹਨਾਂ ਦਾ LG ਵੱਲ ਹੈਗਾ ਵੀ ਸ਼ਾਇਦ ਉਹਨਾਂ ਨੂੰ J&K ਦਾ LG ਲਗਾ ਦਿੱਤਾ ਜਾਵੇ, ਕਿਉਂਕਿ ਪਹਿਲਾਂ ਵੀ ਮਹਾਰਾਸ਼ਟਰ ਦੇ ਰਾਜਪਾਲ ਲਗਾਉਣ ਦੀਆਂ ਚਰਚਾਵਾਂ ਸ਼ੁਰੂ ਹੋਈਆਂ ਸੀ, ਲਗਾਤਾਰ ਉਹਨਾਂ ਦਾ ਮੀਟਿੰਗਾਂ ਦੌਰ ਵੀ ਚੱਲਿਆ ਸੀ ਕੇਂਦਰ ਦੀਆਂ ਜੋ ਵੱਡੇ ਆਗੂ ਨੇ ਭਾਜਪਾ ਦੇ ਉਹਨਾਂ ਦੇ ਨਾਲ, ਲੇਕਿਨ ਚਰਚਾਵਾਂ ਨੂੰ ਠੱਲ ਪੈ ਗਈ ਸੀ। ਲੇਕਿਨ ਇੱਕ ਵਾਰ ਫਿਰ ਤੋਂ ਚਰਚਾਵਾਂ ਤੇਜ਼ ਹੋਈਆਂ ਨੇ ਵੀ ਉਹ ਸ਼ਾਇਦ ਪੰਜਾਬ ਦੀ ਐਕਟਿਵ ਰਾਜਨੀਤੀ ਤੋਂ ਸਾਈਡਲਾਈਨ ਕਰਕੇ ਲੇਕਿਨ ਲਾਹਾ ਜ਼ਰੂਰ ਲੈਣਾ ਚਾਹੁੰਦੀ ਉਹਨਾਂ ਦੇ ਨਾਮ ਦਾ। ਕਿਵੇਂ ਦੇਖ ਰਹੇ ਹੋ ਕਿ ਉਹਨਾਂ ਨੂੰ ਹੁਣ LG ਲਗਾਇਆ ਜਾ ਸਕਦਾ ਜੰਮੂ ਐਂਡ ਕਸ਼ਮੀਰ ਦਾ, ਜੋ ਚਰਚਾਵਾਂ ਨੇ ਕਿੰਨੀਆਂ ਕੁ ਸਹੀ ਹੋ ਸਕਦੀਆਂ ਨੇ? ਦੇਖੋ, ਬਹੁਤ ਹੀ ਜ਼ਿਆਦਾ ਸੰਭਾਵਨਾ ਨਹੀਂ ਹੈ। ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਉਹ ਉਸ ਨੇਤਾ ਦੀ ਕਰ ਰਹੇ ਹਾਂ ਜਿਹੜਾ ਨੇਤਾ ਆਪਣੀ ਆਧਾਰ ਭੂਮੀ ਜਿਹੜੀ ਆ ਖਤਮ ਕਰ ਚੁੱਕਾ ਹੈ। ਔਰ ਪਿਛਲੀਆਂ ਚੋਣਾਂ ਵਿੱਚ ਜਿਸ ਹੱਦ ਤੱਕ ਉਹਨਾਂ ਦੀ ਹਾਰ ਹੋਈ ਹੈ, ਉਹ ਤੋਂ ਵੀ ਇਹ ਗੱਲ ਜਿਹੜੀ ਹੈ ਸਪਸ਼ਟ ਹੁੰਦੀ ਸੀ ਕਿ ਲੋਕ ਉਹਦੇ ਨਾਲ ਜਿਹੜੇ ਨੇ ਕੈਪਟਨ ਸਾਹਿਬ ਦੇ ਨਾਲ ਜਿਹੜਾ ਉਹ ਨਹੀਂ ਹੈ। ਦੂਜੀ ਗੱਲ ਇਹ ਹੈ ਕਿ BJP ਨੇ ਬਾਕੀ ਨੇਤਾਵਾਂ ਨੂੰ ਵੀ ਔਰ ਪੰਜਾਬ ਦੇ ਵਿੱਚ ਕਾਂਗਰਸ ਤੋਂ ਬਗੈਰ ਵੀ ਦੂਜੇ ਜਿਹੜੇ ਨੇ ਨੇਤਾਵਾਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਐਡਜਸਟ ਕਰਨਾ ਹੈ। ਸਾਰਾ ਕੁਝ ਪੰਜਾਬ ਜਿਹੜੀਆਂ ਕਿ ਥੋੜ੍ਹੀਆਂ ਸੀਟਾਂ ਨੇ ਉਹ ਸਾਰੀਆਂ ਰਾਸ਼ਟਰ ਪੱਧਰ ਦੇ ਉੱਤੇ ਜਿਹੜੀਆਂ ਨੇ ਪੰਜਾਬ ਨੂੰ ਦੇ ਦੇਣ, ਇਹਦੀ ਕੋਈ ਸੰਭਾਵਨਾ ਜਿਹੜੀ ਆ ਕੋਈ ਨਹੀਂ ਹੈ। ਸੁਨੀਲ ਜਾਖੜ ਹੋਰੀ ਦੇ ਜੇ ਨਾ ਬਣਾਏ ਜਾਂਦੇ ਫਿਰ ਤਾਂ ਤੁਸੀਂ ਕਹਿ ਸਕਦੇ ਸੀ ਕਿ ਕੈਪਟਨ ਸਾਹਿਬ ਸੋਚੇ ਜਾ ਸਕਦੇ ਨੇ, ਕਿਉਂਕਿ ਜਿਸ ਵੇਲੇ ਉਹਨਾਂ ਨੇ BJP ਜੁਆਇਨ ਕੀਤੀ ਹੈ ਉਸ ਵੇਲੇ ਇਹ ਹੀ ਲੱਗਦਾ ਸੀ ਕਿ ਉਹਨਾਂ ਨੂੰ ਵਾਅਦਾ ਕੀਤਾ ਗਿਆ ਸੀ ਗਵਰਨਰ ਦਾ, ਔਰ ਜਿਸ ਢੰਗ ਦੇ ਨਾਲ, ਮੈਂ ਤੇ ਜਿਸ ਬੇਸ਼ਰਮੀ ਦੇ ਢੰਗ ਦੇ ਨਾਲ ਕੈਪਟਨ ਸਾਹਿਬ ਨੇ ਸਟੇਜ ਦੇ ਉੱਤੇ ਅਮਿਤ ਸ਼ਾਹ ਦੇ ਗੋਡਿਆਂ ਨੂੰ ਹੱਥ ਲਾਇਆ ਔਰ ਜਿਹੜਾ ਕਿ ਵੀਡੀਓ ਦੇ ਉੱਤੇ ਜਿਹੜਾ ਬਕਾਇਦਾ ਲੋਕਾਂ 'ਚ ਜਿਹੜਾ ਸੀ ਸਰਕੂਲੇਟ ਹੋਇਆ, ਉਸ ਗੱਲ ਤੋਂ ਤੇ ਲੱਗਦਾ ਸੀ ਕਿ ਉਹ ਹਰ ਹਾਲਤ ਵਿੱਚ ਕੋਈ ਨਾ ਕੁਝ ਲੈਣ ਲਈ ਜਿਹੜੇ ਨੇ ਉਹ ਡੈਸਪਰੇਟ ਹੋਏ ਨੇ। ਪਰ ਇੰਨਾ ਸਮਾਂ ਲੰਘਣ ਤੇ ਦੂਜੀ ਗੱਲ ਹੈ ਕਿ ਉਹ ਕਿਸੇ ਵੀ ਪਾਰਟੀ ਦੀ ਨਾ ਫਾਇਦੇਮੰਦ ਨੇ ਤੇ ਨਾ ਨੁਕਸਾਨਦੇਹ ਨੇ, ਕਿਉਂਕਿ ਉਹਨਾਂ ਮਹਿਲਾਂ 'ਚੋਂ ਨਾ ਪਹਿਲਾਂ ਨਿਕਲੇ ਨੇ ਨਾ ਹੁਣ ਨਿਕਲੇ ਨੇ। ਪੁਰਾਣੀ ਜਿਹੜੀ ਹੈ ਪਟਿਆਲਾ ਘਰਾਣੇ ਦੀ ਜਿਹੜੀ ਹੈ ਉਹ ਪਟਿਆਲੇ ਵਿੱਚ ਜਾਂ ਮਾਲਵੇ ਦੇ ਵਿੱਚ ਜਿਹੜੀ ਪ੍ਰਭਾਵ ਹੈ, ਉਸ ਪ੍ਰਭਾਵ ਦੇ ਸਿਰ 'ਤੇ ਉਹ ਇਲੈਕਸ਼ਨ ਜਿੱਤਦੇ ਰਹੇ ਨੇ। ਜਾਂ ਕੁਝ ਹੱਦ ਤੱਕ ਸ਼ਖਸੀਅਤ ਜਿਹੜੀ ਹੈ ਉਹ ਮਹਾਰਾਣੀ ਪ੍ਰਨੀਤ ਕੌਰ ਦੀ ਜ਼ਰੂਰ ਲੋਕਾਂ 'ਚ ਪਾਪੂਲਰ ਸੀ, ਇੱਕ ਚੰਗੇ ਇਨਸਾਨ ਵਜੋਂ ਉਹਦਾ ਉਹਨਾਂ ਨੂੰ ਫਾਇਦਾ ਮਿਲਦਾ ਰਿਹਾ ਹੈ। ਲੇਕਿਨ ਮੁੱਖ ਮੰਤਰੀ ਬਣ ਕੇ ਉਹਨਾਂ ਨੇ ਉਹ ਵੀ ਜਿਹੜਾ ਫਾਇਦਾ ਜਿਹੜਾ ਉਹਦਾ ਨੁਕਸਾਨ ਜਿਹੜਾ ਉਹ ਕਰ ਲਿਆ। ਸੋ ਕਿਸੇ ਤਰ੍ਹਾਂ ਦੀ ਵੀ ਕੋਈ ਸੰਭਾਵਨਾ ਨਹੀਂ। ਬਾਕੀ ਜੇਕਰ ਲਾਟਰੀ ਨਿਕਲਣੀ ਹੋਵੇ ਤਾਂ ਖੋਟੇ ਸਿੱਕੇ ਦੀ ਵੀ ਨਿਕਲ ਹੁੰਦੀ ਹੈ। ਸੋ ਖੋਟਾ ਸਿੱਕਾ ਮੰਨ ਕੇ ਚੱਲਣਾ ਚਾਹੀਦਾ ਹੈ। ਕੋਈ ਬਹੁਤੀ ਜਿਹੜੀ ਹੈ ਇਸ ਨੂੰ ਮੇਰੇ ਹਿਸਾਬ ਨਾਲ ਵੇਟਿੰਗ ਨਹੀਂ ਦੇਣ ਦੀ ਲੋੜ ਜੀ। ਹਾਂਜੀ, ਪਰ ਦੂਸਰੇ ਪਾਸੇ ਤਾਂ ਗੱਲ ਇਹ ਹੈ ਨਾ ਵੀ ਭਾਜਪਾ ਉਹਨਾਂ ਨੂੰ ਕੈਸ਼ ਵੀ ਕਰਨਾ ਚਾਹੁੰਦੀ ਆ। ਇੱਕ ਸਿੱਖ ਲੀਡਰ ਦੀ ਗੱਲ ਜਿਵੇਂ ਅਕਸਰ ਚੱਲਦੀ ਹੈ ਵੀ ਭਾਜਪਾ ਕੋਲ ਵੱਡੇ ਸਿੱਖ ਚਿਹਰੇ ਨਹੀਂ। ਕੈਪਟਨ ਅਮਰਿੰਦਰ ਸਿੰਘ ਭਾਵੇਂ ਕਿ ਫਿਲਹਾਲ ਦੀ ਆਪਾਂ ਘੜੀ ਦੇਖੀਏ, ਜੇ ਪਿਛਲੇ ਇਲੈਕਸ਼ਨ ਦੀ ਗੱਲ ਕਰੀਏ, ਕੁਝ ਖਾਸ ਨਹੀਂ ਕਰ ਸਕਦੇ, ਲੇਕਿਨ ਇਹ ਮੰਨਣੀ ਪਊ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡਾ ਇੱਕ ਸਿੱਖ ਚਿਹਰਾ ਨੇ। ਤੇ ਦੂਸਰੇ ਪਾਸੇ ਭਾਜਪਾ ਚਾਹੁੰਦੀ ਵੀ ਇਹ ਹੋਵੇਗੀ ਕਿ ਉਹਨਾਂ ਦੇ ਨਾਮ ਨੂੰ ਕੈਸ਼ ਕੀਤਾ ਜਾ ਸਕੇ, ਉਹਨਾਂ ਦੇ ਜਿੰਨਾ ਵੀ ਜਿਹੜੇ ਸਮਰਥਕ ਨੇ ਉਹਨਾਂ ਨੂੰ ਪਾਰਟੀ ਦੇ ਨਾਲ ਜੋੜਿਆ ਜਾਵੇ। ਪ੍ਰਨੀਤ ਕੌਰ ਦੀ ਗੱਲ ਕੀਤੀ ਤੇ ਉਹਨਾਂ ਦੀ ਬੇਟੀ ਦੀ ਵੀ ਗੱਲ ਕੀਤੀ, ਉਹ ਵੀ ਲਗਾਤਾਰ ਐਕਟਿਵ ਨੇ, ਕੈਪਟਨ ਦੀ ਬੇਟੀ। ਲੇਕਿਨ ਉਹਨਾਂ ਨੂੰ ਐਕਟਿਵ ਰਾਜਨੀਤੀ ਦੇ ਵਿੱਚ ਭਾਵੇਂ ਨਹੀਂ ਰੱਖਣਾ ਚਾਹੁੰਦੀ ਭਾਜਪਾ। ਕੀ ਹੋ ਸਕਦਾ ਵੀ ਐਕਟਿਵ ਰਾਜਨੀਤੀ ਤੋਂ ਦੂਰ ਕਰਕੇ ਪਾਰਟੀ ਦੇ ਨਾਲ ਵੀ ਜੋੜੀ ਰੱਖਣ ਤੇ ਦੂਸਰੇ ਪਾਸੇ LG ਵੀ ਲਗਾ ਦੇਣ? ਇਹ ਹੋ ਸਕਦਾ? ਦੇਖੋ ਕਿਸੇ ਤਰ੍ਹਾਂ ਵੀ ਕੈਪਟਨ ਸਾਹਿਬ ਤੋਂ BJP ਨੂੰ ਖਤਰਾ ਨਹੀਂ। ਉਹ ਇਸ ਕਰਕੇ ਕਿ ਉਹ ਤੇ BJP 'ਚ ਇਸ ਕਰਕੇ ਨੇ ਕਿਉਂਕਿ ED ਦੇ ਸਾਰੇ ਪਰਿਵਾਰ ਦੇ ਉੱਤੇ ਜਿਹੜੇ ਨੇ ਉਹ ਪੂਰੇ ਦੇ ਪੂਰੇ ਜਿਹੜੇ ਨੇ ਉਹ ਕੇਸ ਬਣਨ ਜਾ ਰਹੇ ਸਨ, ਜਿਸ ਕਰਕੇ ਉਹਨਾਂ ਨੇ ਕਾਂਗਰਸੀ ਮੁੱਖ ਮੰਤਰੀ ਹੁੰਦੇ ਹੋਏ ਵੀ BJP ਦੇ ਅੱਗੇ ਜਿਹੜੇ ਸਨ ਉਹ ਗੋਡੇ ਟੇਕੇ ਸਨ। ਔਰ ਉਸ ਸਥਿਤੀ ਦੇ ਵਿੱਚ ਹੁਣ ਵੀ ਉਹਨਾਂ ਨੂੰ ED ਉਹਨਾਂ ਦੇ ਸਾਹਮਣੇ ਆ BJP ਕੋਲ, ਉਹਨਾਂ ਨੂੰ ਕੈਪਟਨ ਸਾਹਿਬ ਦਾ ਡਰ ਨਹੀਂ। ਨਿਰਾ ਕੈਪਟਨ ਸਾਹਿਬ ਵੀ ਨਹੀਂ, ਉਹਨਾਂ ਦੇ ਪੁੱਤਰ ਤੇ ਧੀਆਂ ਦੇ ਉੱਤੇ ਵੀ ਜਿਹੜੇ ਨੇ ਉਹ ਮੁਕੱਦਮੇ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਇਹ ਇੱਕ ਹਾਰਮਲੈਸ ਕ੍ਰੀਚਰ ਦੇ ਤੌਰ 'ਤੇ ਗਿਣਿਆ ਜਾਣਾ ਚਾਹੀਦਾ ਹੈ, ਜਿਸ ਕਰਕੇ ਉਹਨਾਂ ਨੂੰ ਕੋਈ ਬਹੁਤ ਆਊਟ ਆਫ ਦੀ ਵੇ ਜਾ ਕੇ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾਏ, ਕਿਉਂਕਿ BJP ਨਾਲ ਉਹਨਾਂ ਦੀ ਕਦੀ ਕੋਈ ਦੋਸਤੀ ਨਹੀਂ ਰਹੀ ਜਿੰਨਾ ਚਿਰ ਉਹ ਪਿਛਲੇ ਵਾਰੀ ਮੁੱਖ ਮੰਤਰੀ ਬਣੇ ਨੇ ਉਸ ਤੋਂ ਪਹਿਲਾਂ। ਅਜੇ ਅਕਾਲੀਆਂ ਦੀ ਜਿਹੜੀ ਹੈ ਉਹ ਰਹੀ ਹੈ, ਜੇਕਰ ਅਸੀਂ ਕਹੀਏ ਸੁਖਬੀਰ ਬਾਦਲ ਦੀ ਜਿਹੜੀ ਹੈ ਉਹ ਮੋਦੀ ਸਾਹਿਬ ਨਾਲ ਵੀ ਸੀ, ਦੂਜਿਆਂ ਨਾਲ ਵੀ ਸੀ, ਲੇਕਿਨ ਇਹੋ ਜਿਹੀ ਕੈਪਟਨ ਅਮਰਿੰਦਰ ਸਿੰਘ ਨਾਲ ਲੀਡਰਸ਼ਿਪ ਨਾਲ ਨਹੀਂ, ਬਗੈਰ ਇੱਕ ਗੱਲ ਤੋਂ ਕਿ ਅਮਿਤ ਸ਼ਾਹ ਦੇ ਗੋਡੇ ਹੱਥ ਲਾਇਆ ਸਟੇਜ ਦੇ ਉੱਤੇ। ਇਹੋ ਇੱਕ ਐਡਵਾਂਟੇਜ ਹੈ। ਉਸ ਐਡਵਾਂਟੇਜ ਨਾਲ ਏਡੀ ਵੱਡੀ ਕੀਮਤ ਨਹੀਂ ਦਿੱਤੀ ਜਾ ਸਕਦੀ, ਜਿਸ ਦਾ ਜਿਹੜਾ ਆਧਾਰ ਇਹ ਹੈ ਕਿ ਜਿੰਨੇ ਸਿੱਖ ਚਿਹਰੇ BJP 'ਚ ਗਏ ਨੇ ਉਹ ਸਾਰਿਆਂ ਨੂੰ ਛੱਡ ਕੇ ਜੇ ਇਹਨਾਂ ਨੂੰ ਦੇਣਗੇ ਕਿ ਪਹਿਲਾ ਕਾਂਗਰਸੀ ਦੇਤਾ, ਦੂਜਾ ਕਾਂਗਰਸੀ ਦੇਤਾ, ਤਾਂ ਫਿਰ BJP ਵੀ ਗਈ ਤੇ ਬਾਕੀ ਵੀ ਗਏ। ਹਾਂਜੀ ਜੀ, ਬਿਲਕੁਲ ਬਿਲਕੁਲ। ਤੇ ਸਰ ਉਧਰ ਆਪਾਂ ਗੱਲ ਕਰ ਲਈ ਹੁਣ ਮਾਨ ਸਰਕਾਰ ਦੀ, ਕਿਉਂਕਿ ਮਾਨ ਸਰਕਾਰ ਦੇ ਪ੍ਰਤੀ ਰੋਸ ਹੈ SC ਭਾਈਚਾਰੇ ਦੇ ਵੱਲੋਂ। ਹੁਣ ਕਿਹੜੇ ਮਾਮਲੇ ਨੂੰ ਲੈ ਕੇ ਰੋਸ SC ਭਾਈਚਾਰੇ ਦੇ ਵੱਲੋਂ, ਜਿਸ ਤੋਂ ਲੈ ਕੇ ਪ੍ਰੋਫੈਸਰ ਹਰਨੇਕ ਸਿੰਘ ਲਗਾਤਾਰ
ਸਰਕਾਰ ਦੇ ਖਿਲਾਫ ਧਰਨਾ ਲਗਾਈ ਬੈਠੇ ਨੇਗੇ। ਕੀ ਕਾਰਨ ਨੇ ਵੀ ਲੰਮੇ ਸਮੇਂ ਤੋਂ ਉਹਨਾਂ ਨੂੰ ਧਰਨਾ ਲਗਾਉਣਾ ਪੈ ਰਿਹਾ ਹੈ ਤੇ ਕੀ ਕਾਰਨ ਹੈ ਮਾਨ ਸਰਕਾਰ ਉਹਨਾਂ ਦੀ ਮੰਗ ਨੂੰ ਲੈ ਕੇ ਚੁੱਪ ਵੱਟੀ ਹੋਈ ਹੈ? ਆਖਰ ਕਿਸ ਮੰਗ ਨੂੰ ਲੈ ਕੇ ਐਸਸੀ ਭਾਈਚਾਰਾ ਨਾਰਾਜ਼ ਹੈ ਤੇ ਕਿਸ ਮੰਗ ਨੂੰ ਲੈ ਕੇ ਪ੍ਰੋਫੈਸਰ ਹਰਨੇਕ ਸਿੰਘ ਵੱਲੋਂ ਲਗਾਤਾਰ ਧਰਨਾ ਲਗਾਇਆ ਗਿਆ? ਕਾਰਨ ਕੀ ਨੇ ਪੂਰੇ ਧਰਨੇ ਦੇ? ਦੇਖੋ, ਪਹਿਲੀ ਗੱਲ ਤੇ ਹੈ ਕਿ ਭਗਵੰਤ ਮਾਨ ਹੋਣੀ ਜਿਹੜੇ ਨੇ ਉਹ ਬਿਆਨਬਾਜ਼ੀ ਕਰ ਰਹੇ ਨੇ, ਲੇਕਿਨ ਸਾਰਥਕ ਤੌਰ ਤੇ ਸਥੂਲ ਤੌਰ ਦੇ ਉੱਤੇ ਐਸੀ ਭਾਈਚਾਰੇ ਲਈ ਕੋਈ ਕੰਮ ਜਿਹੜਾ ਹੈ ਉਹ ਨਹੀਂ ਕਰ ਰਹੇ, ਜਿਹਦੇ ਨਾਲ ਉਹ ਭਾਈਚਾਰਾ ਜਿਹੜਾ ਹੈ ਉਹ ਸੰਤੁਸ਼ਟ ਹੋਵੇ ਕਿ ਇੱਕ ਕੰਮ ਨਹੀਂ ਹੋਇਆ ਤੇ ਦੂਜਾ ਹੋ ਗਿਆ। ਜਿੱਥੋਂ ਤੱਕ ਪ੍ਰੋਫੈਸਰ ਹਰਨੇਕ ਸਿੰਘ ਦੀ ਗੱਲ ਤੁਸੀਂ ਕੀਤੀ ਹੈ, ਇਹ ਆਪਣੇ ਆਪ ਵਿੱਚ ਬੜਾ ਜਿਹੜਾ ਹੈ ਉਹ ਸੰਗੀਨ ਮਸਲਾ ਹੈ ਔਰ ਗੰਭੀਰ ਮਸਲਾ ਹੈ ਕਿ ਐਫਸੀ ਕੋਟੇ ਦੇ ਜਿਹੜੀਆਂ ਨੇ ਉਹ ਨੌਕਰੀਆਂ ਜਿਹੜੀਆਂ ਨੇ, ਭਾਵੇਂ ਉਹ IAS PCS ਹੋਵੇ ਤੇ ਭਾਵੇਂ ਉਹ ਕਲਰਕ ਤੋਂ ਹੋਵੇ, ਉਹ ਸਾਰੀਆਂ ਜਿਹੜੀਆਂ ਨੇ ਉਹ ਗੈਰ ਐਸਸੀ ਜਾਂ ਇਹ ਕਹਿ ਲਓ ਕਿ ਫੇਕ ਐਸਸੀ ਬਣ ਕੇ ਉਹ ਨੌਕਰੀਆਂ ਜਿਹੜੀਆਂ ਨੇ ਉਹ ਕਾਬੂ ਕੀਤੀਆਂ ਗਈਆਂ ਨੇ। ਪ੍ਰੋਫੈਸਰ ਹਰਨੇਕ ਸਿੰਘ ਨੇ ਉਹਨਾਂ ਨੂੰ ਆਇਡੈਂਟੀਫਾਈ ਵੀ ਕੀਤਾ, ਉਹਨਾਂ ਦੇ ਕੇਸ ਵੀ ਲੈਂਦੇ ਨੇ ਔਰ ਉਹਨਾਂ ਦੀ ਮੰਗ ਇਹ ਹੈ ਕਿ ਇਹਨਾਂ ਨੂੰ ਜਿਨ੍ਹਾਂ ਨੇ ਫਰਜ਼ੀ ਸਰਟੀਫਿਕੇਟ ਦਿੱਤੇ ਨੇ, ਫੇਕ ਸਰਟੀਫਿਕੇਟ ਦਿੱਤੇ ਨੇ, ਉਹਨਾਂ ਦੇ ਉੱਤੇ ਜਿਹੜਾ ਹੈ ਉਹ ਐਕਸ਼ਨ ਲਿਆ ਜਾਏ, ਉਹਨਾਂ ਨੂੰ ਨੌਕਰੀਆਂ ਕੱਢਿਆ ਜਾਏ ਤੇ ਉਹਦੀ ਥਾਂ ਤੇ ਜੈਨੂਨ ਜਿਹੜੇ ਨੇ ਐਸਸੀ ਭਰਤੀ ਕੀਤੇ ਜਾਣ। ਡਿਮਾਂਡ ਆਪਣੇ ਆਪ ਵਿੱਚ ਬੜੀ ਜਿਹੜੀ ਹੈ ਉਹ ਚੰਗੀ ਹੈ, ਸੁਚੱਜੀ ਸੋਚ ਵਾਲੀ ਹੈ, ਲੇਕਿਨ ਸਰਕਾਰ ਜਿਹੜੀ ਹੈ ਉਹ ਤੇ ਸ਼ਾਇਦ ਕੰਮ ਇਸ ਕਰਕੇ ਨਹੀਂ ਕਰਦੀ ਕਿ ਉਹ ਗੈਰ ਐਸੀ ਭਾਈਚਾਰੇ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ ਔਰ ਨਾਲ ਇੱਕ ਗੱਲ ਵੀ ਹੈ ਕਿ ਇਹ ਪ੍ਰੋਸੀਜਰ ਵੀ ਆਪਣੇ ਆਪ ਹੀ ਬੜੇ ਲੰਬੇ ਨੇ ਨੌਕਰੀ ਤੋਂ ਕੱਢਣ ਲਈ ਔਰ ਉਸ ਦੇ ਵਿੱਚ ਇਹ ਐਸਟੈਬਲਿਸ਼ ਕਰਨ ਲਈ ਕਿ ਉਹ ਐਸੀ ਭਾਈਚਾਰੇ ਦਾ ਸਰਟੀਫਿਕੇਟ ਝੂਠਾ ਕਿ ਸੱਚਾ ਹੈ। ਇਹ ਆਪਣੇ ਆਪ 'ਚ ਮਸਲਾ, ਜਿਵੇਂ ਮੁਹੰਮਦ ਸਦੀਕ ਦੇ ਮਾਮਲੇ ਵਿੱਚ ਉਹਨਾਂ 'ਤੇ ਮੁਕੱਦਮਾ ਹੀ ਬਣਿਆ ਕਿ ਉਹ ਐਸੀ ਭਾਈਚਾਰੇ ਦੇ ਨਹੀਂ, ਲੇਕਿਨ ਅਖੀਰ 'ਤੇ ਜਾ ਕੇ ਕੋਰਟ ਨੇ ਜਿਹੜੀ ਹੈ ਉਹ ਉਹਨਾਂ ਨੂੰ ਐਸੀ ਭਾਈਚਾਰੇ ਦਾ ਜਿਹੜਾ ਹਿੱਸਾ ਮੰਨ ਲਿਆ। ਸੋ ਇਹ 'ਤੇ ਐਕਸ਼ਨ ਲੈਣਾ, ਪੱਕੇ ਪੈਰੀ ਲੈਣ ਦੀ ਲੋੜ ਹੈ ਔਰ ਉਹਨੂੰ ਇੱਕਦਮ ਜਿਹੜਾ ਲਿਆ ਨਹੀਂ ਜਾ ਸਕਦਾ। ਲੇਕਿਨ ਇਹਦੇ ਪ੍ਰਤੀ ਭਗਵੰਤ ਮਾਨ ਹੋਰਾਂ ਨੇ ਸੰਜੀਦਗੀ ਵੀ ਨਹੀਂ ਦਿਖਾਈ ਕਿ ਇਸ ਗੱਲ ਬਾਰੇ ਜਿਹੜਾ ਉਹ ਖੁੱਲ੍ਹ ਕੇ ਗੱਲ ਕਰਨ ਔਰ ਉਹਦੇ 'ਤੇ ਕੋਈ ਕਮੇਟੀ ਬਣਾ ਕੇ ਕੋਈ ਉਹਦੇ ਵਿੱਚ ਸਿੱਟ ਬਣਾਉਣ ਦੂਜਾ ਕਰਨ ਜਿਹਦੇ 'ਚ ਲੋਕਾਂ ਦਾ ਵਿਸ਼ਵਾਸ ਹੋਏ। ਔਰ ਐਸੀ ਭਾਈਚਾਰਾ ਆਪਣੇ ਆਪ ਨੂੰ ਇੰਝ ਲੱਗਦਾ ਜਿਵੇਂ ਉਹਦੇ ਹੱਕ ਜਿਹੜੇ ਨੇ ਉਹ ਨਿਰੰਤਰ ਤੌਰ 'ਤੇ ਖੋਏ ਜਾ ਰਹੇ ਨੇ ਔਰ ਕੋਈ ਵੀ ਸਮਾਜਿਕ ਤੌਰ 'ਤੇ, ਆਰਥਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਅਸੀਂ ਭਾਈਚਾਰੇ ਨੂੰ ਆਮ ਆਦਮੀ ਪਾਰਟੀ ਜਿਹੜਾ ਹੈ ਉਹ ਉਹਦਾ ਨਾਂ ਤੇ ਵਰਤਦੀ ਹੈ, ਲੇਕਿਨ ਉਹਨਾਂ ਨੂੰ ਕੋਈ ਲਾਭ ਦੇਣ ਲਈ, ਉਹਨਾਂ ਦੇ ਫਾਇਦੇ ਦੀਆਂ ਕੋਈ ਸਕੀਮਾਂ ਬਣਾਉਣ ਲਈ ਨਹੀਂ ਹੈ। ਜਿਵੇਂ ਅਜੇ ਵੀ ਐਸਸੀ ਸਕਾਲਰਸ਼ਿਪ ਵਾਲਾ ਮਸਲਾ ਜਿਹੜਾ ਉੱਥੇ ਦਾ ਉੱਥੇ ਹੀ ਖੜ੍ਹਾ ਹੈ, ਕਦੀ ਪੈਸੇ ਭੇਜ ਦਿੱਤੇ ਗਏ ਨੇ, ਕਦੀ ਨਹੀਂ ਮਿਲੇ, ਪ੍ਰੋਸੀਜਰਲ ਗਲਤੀਆਂ ਹੋ ਗਈਆਂ ਨੇ, ਲੇਕਿਨ ਐਸੀ ਭਾਈਚਾਰਾ ਦਾ ਜਿਹੜਾ ਪੜ੍ਹਾਈ ਵੱਲ ਜਾਣਾ ਉਹ ਵੀ ਰੁਕ ਗਿਆ ਔਰ ਨੌਕਰੀਆਂ ਵੀ ਰੁਕ ਗਿਆ। ਇਸ ਕਰਕੇ ਉਹਨਾਂ ਦੀ ਬੇਚੈਨੀ ਹੈ। ਜੀ ਜੀ ਬਿਲਕੁਲ। ਸੋ ਆਪਾਂ ਕਹਿ ਸਕਦੇ ਹਾਂ ਵੀ ਕੁਝ ਹੱਦ ਤੱਕ ਸਰਕਾਰ ਦੀ ਵੀ ਗਲਤੀ ਲੱਗ ਰਹੀ ਹੈ ਵੀ ਚੁੱਪੀ ਕਿਉਂ ਛਾਈ ਹੋਈ ਹੈ। ਆਖਰ ਪ੍ਰੋਫੈਸਰ ਹਰਨੇਕ ਸਿੰਘ ਨੂੰ ਇੰਨਾ ਲੰਮਾ ਧਰਨਾ ਕਿਉਂ ਕਰਨਾ ਪੈ ਰਿਹਾ? ਸੋ ਸਰਕਾਰ ਨੂੰ ਇਸ ਮਾਮਲੇ ਬਾਰੇ, ਕਿਉਂਕਿ ਮਾਮਲਾ ਬੜਾ ਗੰਭੀਰ ਹੈ, ਸੋ ਇਸ ਮਾਮਲੇ ਬਾਰੇ ਜ਼ਰੂਰ ਸੋਚਣਾ ਚਾਹੀਦਾ, ਕਿਉਂਕਿ ਕੁਝ ਨਾਮ ਵੀ ਆਇਡੈਂਟੀਫਾਈ ਕੀਤੇ, ਕੁਝ ਜਾਂਚਾਂ ਦੀ ਗੱਲ ਵੀ ਹੋਈ ਸੀ, ਲੇਕਿਨ ਅਜੇ ਗੱਲ ਕੋਈ ਤਣ ਪੱਤਰ ਲੱਗਦੀ ਹੋਈ ਨਜ਼ਰ ਨਹੀਂ ਆ ਰਹੀ। ਸੋ ਡਾਕਟਰ ਸਾਹਿਬ, ਤੁਸੀਂ ਗੱਲਬਾਤ ਕਰਦੇ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਇਸ ਤਰ੍ਹਾਂ ਡਾਕਟਰ SP ਸਿੰਘ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ, ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।